परम शांति ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ ਮਾਂ ਬਾਪੂ ਜੀ ਦੇ YouTube ਚੈਨਲ ਪਰ। ਇਸ ਚੈਨਲ ਪਰ ਜਿਤਨੇ ਵੀ ਵੀਡੀਓਜ਼ ਰੱਖੇ ਹਨ ਉਹਨਾਂ ਦੇ ओरिजिनल ਲਿੰਕ ਇੰਡੀਆ ਵਿੱਚ ਡਿਸਕ੍ਰਿਪਸ਼ਨ ਬਾਕਸ 'ਚ ਰੱਖੇ ਹਨ। ਬਾਪੂ ਜੀ ਗੱਲ ਕਰ ਰਹੇ परम शांति। ਅੱਜ ਅਸਾਂ ਗੱਲ ਕਰਨੇ ਵਾਲੇ ਹਨ ਕਿ ਸਗੁਣ ਬ੍ਰਹਮ ਦੀ ਉਪਾਸਨਾ ਕਰਨੀ ਚਾਹੀਦੀ ਜਾਂ ਨਿਰਗੁਣ ਬ੍ਰਹਮ ਦੀ ਉਪਾਸਨਾ ਕਰਨੀ ਚਾਹੀਦੀ। ਗੀਤਾ 'ਚ ਵੀ ਭਗਵਾਨ ਨੇ ਦੱਸਿਆ ਕਿ ਤੂੰ ਮੈਨੂੰ ਯਾਦ ਕਰ, ਤੂੰ ਮੇਰੀ ਸ਼ਰਣਾ 'ਚ ਆ। ਤਾਂ ਭਗਵਾਨ ਸ਼੍ਰੀ ਕ੍ਰਿਸ਼ਨ ਤਾਂ ਸਗੁਣ ਹਨ, ਤਾਂ ਉਹਨਾਂ ਦਾ ਨਿਰਗੁਣ ਕੌਣ ਹੈ? ਜਿਹੜੇ ਨਿਰਗੁਣ ਨਿਰਾਕਾਰ ਹਨ। ਮਗਰ ਜਿਹੜੇ ਭਗਵਾਨ ਵਿਸ਼ਨੂੰ ਹਨ ਉਹਨਾਂ ਦਾ ਅਵਤਾਰ ਮੰਨਦੇ ਭਗਵਾਨ ਸ਼੍ਰੀ ਕ੍ਰਿਸ਼ਨ ਜੋ ਜਿਹੜੇ ਭਗਤੀ ਮਾਰਗ ਵਾਲੇ ਹਨ ਉਹ ਭਗਵਾਨ ਵਿਸ਼ਨੂੰ ਦਾ ਅਵਤਾਰ ਮੰਨਦੇ ਭਗਵਾਨ ਸ਼੍ਰੀ ਕ੍ਰਿਸ਼ਨ ਜੋ। ਮਗਰ ਜਿਹੜੇ ਗਿਆਨੀ ਹਨ ਭਗਤੀ ਮਾਰਗ ਔਰ ਗਿਆਨ ਮਾਰਗ 'ਚ ਬੜਾ ਫਰਕ ਹੈ, ਕਿਉਂਕਿ ਜਿਹੜੇ ਭਗਤੀ ਮਾਰਗ ਵਾਲੇ ਹਨ ਉਹ ਭਗਵਾਨ ਸ਼੍ਰੀ ਕ੍ਰਿਸ਼ਨ ਜੋ ਭਗਵਾਨ ਵਿਸ਼ਨੂੰ ਦਾ ਅਵਤਾਰ ਮੰਨਦੇ। ਜਿਹੜੇ ਨਿਰਗੁਣ ਜੋ ਮੰਨਣੇ ਵਾਲੇ ਹਨ, ਨਿਰਗੁਣ ਪਰਬ੍ਰਹਮ ਪਰਮੇਸ਼ਵਰ ਜੋ ਮੰਨਦੇ ਜਿਹੜੇ ਗਿਆਨੀ ਹਨ ਉਹ ਭਗਵਾਨ ਸ਼੍ਰੀ ਕ੍ਰਿਸ਼ਨ ਜੋ ਨਿਰਗੁਣ ਨਿਰਾਕਾਰ ਦਾ ਅਵਤਾਰ ਮੰਨਦੇ। ਬ੍ਰਹਮ ਸਵਰੂਪ ਬ੍ਰਹਮ ਹਨ, ਕ੍ਰਿਸ਼ਨ ਭਗਵਾਨ ਬ੍ਰਹਮ ਹਨ, ਬ੍ਰਹਮ ਸਵਰੂਪ ਹਨ। ਇਸ ਲਈ ਗੀਤਾ 'ਚ ਵੀ ਇਹ ਗੱਲ ਕੀਤੀ ਹੋ ਕਿ ਨਿਰਗੁਣ ਜੋ ਯਾਦ ਕਰਨਾ, ਸਗੁਣ ਜੋ ਯਾਦ ਕਰਨਾ। ਲੋਕ ਕਨਫਿਊਜ਼ ਹੋ ਜਾਂਦੇ, ਭਗਤੀ ਮਾਰਗ ਵਾਲੇ ਤਾਂ ਸਗੁਣ ਜੋ ਮੰਨਦੇ, ਲੇਕਿਨ ਜਿਹੜੇ ਗਿਆਨੀ ਪੁਰਸ਼ ਹੁੰਦੇ ਉਹ ਨਿਰਗੁਣ ਜੋ ਮੰਨਦੇ, ਕਿਉਂਕਿ ਉਹ ਬੋਲਦੇ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਜੋ ਯਾਦ ਕਰਨੇ ਤੇ ਤਾਂ ਜ਼ਿਆਦਾ ਨਿਰਗੁਣ ਨਿਰਾਕਾਰ ਜੋ ਯਾਦ ਕਰਾਂ। ਭਗਵਾਨ ਸ਼੍ਰੀ ਕ੍ਰਿਸ਼ਨ ਜੋ ਯਾਦ ਕਰਨੇ ਤੇ ਜ਼ਿਆਦਾ ਪਾਵਰ ਤਾਂ ਤੁਹਾਨੂੰ ਜੋ ਨਿਰਗੁਣ ਨਿਰਾਕਾਰ ਤੇ ਮਿਲਣੀ, ਕਿਉਂਕਿ ਇਹ ਨਿਰਗੁਣ ਨਿਰਾਕਾਰ ਉਹਨਾਂ ਜੋ ਇਸ ਲਈ ਮੰਨਦੇ ਕਿ ਜਿਹੜੇ ਸਗੁਣ ਬ੍ਰਹਮ ਹਨ, ਕਿਉਂਕਿ ਸਗੁਣ ਬ੍ਰਹਮ ਸਾਕਾਰ 'ਚ ਆਏ ਹਨ। ਜਿਹੜੇ ਇਹ ਭਗਵਾਨ ਸ਼੍ਰੀ ਰਾਮ ਥੇ ਔਰ ਭਗਵਾਨ ਸ਼੍ਰੀ ਕ੍ਰਿਸ਼ਨ ਥੇ, जितने भी अवतार हुए, जियां भगवान विष्णु दे 24 अवतार हुए, भगवान शंकर दे 28 अवतार हुए। अलग अलग धरती पर जितने भी अवतार तुसां दिखदे या ब्रह्मा विष्णु शंकर मां ਆਦਿ ਸ਼ਕਤੀ ਜਾਂ ਦੇਵੀ ਦੇਵਤਿਆਂ ਦੇ ਅਵਤਾਰ ਹੁੰਦੇ। ਤਾਂ ਜਿਹੜੇ ਭਗਤੀ ਮਾਰਗ ਵਾਲੇ ਹਨ ਉਹ ਸਗੁਣ ਦੀ ਉਪਾਸਨਾ ਕਰਦੇ। ਭਗਵਾਨ ਹਨੂਮਾਨ ਜੀ ਹਨ ਤਾਂ ਉਹ ਰੁਦਰ ਅਵਤਾਰ ਹਨ, ਉਹ ਸ਼ੰਕਰ ਦਾ 11ਵਾਂ ਰੁਦਰ ਅਵਤਾਰ ਹਨ, ਦੇਵੀ ਦੇਵਤਾ ਹਨ। ਤਾਂ ਜਿਹੜੇ ਦੇਵਲੋਕ 'ਚ ਰਹਿੰਦੇ ਉਹਨਾਂ ਦੀ ਉਪਾਸਨਾ ਕਰਦੇ ਤਿੰਨ ਦੇਵੀਆਂ, ਤਾਂ ਤਿੰਨ ਦੇਵੀਆਂ ਦੀ ਉਪਾਸਨਾ ਕਰਦੇ। ਬ੍ਰਹਮਾਂਡ ਦੀ ਮਾਂ ਆਦਿ ਸ਼ਕਤੀ ਜਗਤ ਜਨਨੀ ਬੋਲਦੇ। ਬ੍ਰਹਮਾ ਵਿਸ਼ਨੂੰ ਸ਼ੰਕਰ ਦੀ ਵੀ ਮਾਂ ਹੈ, ਜਿਹੜੇ ਮਾਂ ਜਗਤ ਜਨਨੀ ਹਨ ਉਹਨਾਂ ਦੀ ਵੀ ਸਾਕਾਰ 'ਚ ਉਪਾਸਨਾ ਕਰਦੇ। ਇਹ ਸਭ ਭਗਤੀ ਮਾਰਗ 'ਚ ਸਾਕਾਰ ਦੀ ਉਪਾਸਨਾ ਕਰਦੇ, ਮਤਲਬ ਸਾਕਾਰ ਦੀ ਉਪਾਸਨਾ ਕਰਦੇ ਤਾਂ ਸਗੁਣ ਬ੍ਰਹਮ ਸਾਕਾਰ। ਜਿਵੇਂ ਭਗਵਾਨ ਸ਼੍ਰੀ ਰਾਮ ਹਨ, ਭਗਵਾਨ ਸ਼੍ਰੀ ਕ੍ਰਿਸ਼ਨ ਦੀ ਉਪਾਸਨਾ ਕੀਤੀ, ਮੂਰਤੀ ਬਣਾਈ, ਉਸ ਵਿੱਚ ਭਾਵਨਾ ਹੈ, ਮੂਰਤੀ 'ਚ ਪ੍ਰਾਣ ਪ੍ਰਤਿਸ਼ਠਾ ਕੀਤੀ ਤਾਂ ਉਸ ਵਿੱਚ ਚੈਤਨਯ ਸ਼ਕਤੀਆਂ ਪ੍ਰਾਣ ਪ੍ਰਤਿਸ਼ਠਾ ਕਰਨੇ ਤੇ ਆਈ ਜਾਂਦੀਆਂ। ਭਾਵਨਾ ਦਾ ਭਾੜਾ ਮਿਲਦਾ। ਗਿਆਨ ਮਾਰਗ 'ਚ ਅਲੱਗ ਹੈ, ਭਗਤੀ ਮਾਰਗ 'ਚ ਭਾਵਨਾ ਦਾ ਭਾੜਾ ਮਿਲਦਾ, ਗਿਆਨ ਮਾਰਗ ਅਲੱਗ ਹੈ। ਇਆਂ ਬੋਲਦੇ ਨਾ ਕਿ ਮੈਂ ਨਿਰਗੁਣ ਨਿਰਾਕਾਰ ਅਹਮ ਬ੍ਰਹਮਸਮੀ ਸ਼ਿਵੋਹਮ ਸਰਬੋਹਮ, ਇਆਂ ਕਰਦੇ ਰਹਿੰਦੇ ਗਿਆਨੀ। ਫਿਰ ਉਹ ਪਹਾੜਾਂ 'ਚ ਜਾਈ ਨਾ ਸੰਨਿਆਸੀ ਸਾਈਆਂ ਜੀਵਨ ਬਿਤਾਉਂਦੇ ਗਿਆਨੀ ਲੋਕ। ਜਿਹੜੇ ਅਹਮ ਬ੍ਰਹਮਸਮੀ ਕਰਨੇ ਵਾਲੇ ਜਾਂ ਸ਼ਿਵੋਹਮ ਕਰਨੇ ਵਾਲੇ ਜਾਂ ਨਿਰਾਕਾਰ ਜੋ ਮੰਨਣੇ ਵਾਲੇ, ਮੈਂ ਸ਼ਿਵ ਦੀ ਰਚਨਾ ਹੂੰ, ਜਿਹੜੇ ਉਹ ਹਨ ਉਹੀ ਮੈਂ ਹੂੰ। ਹੁਣ ਜਿਨ੍ਹਾਂ ਜੋ ਗਿਆਨ ਨਹੀਂ ਹੈ, ਇਸ ਲਈ ਸਾਰੇ ਤੋਂ ਪਹਿਲਾਂ ਗੀਤਾ 'ਚ ਕਿਆ ਬੋਲਿਆ, ਗਿਆਨੀ ਤੂੰ ਆਤਮਾ ਮਿੰਜੋ ਵਿਸ਼ੇਸ਼ ਪ੍ਰਿय ਹੈ। ਗਿਆਨ ਕਰਨੇ ਜਾਣਨੇ ਵਾਲੇ ਮਿੰਜੋ ਵਿਸ਼ੇਸ਼ ਪ੍ਰਿय ਹਨ। ਤਾਂ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਗੀਤਾ 'ਚ ਕਿਆ ਬੋਲਿਆ ਕਿ ਮੈਂ ਜਪ ਤਪ ਧਿਆਨ ਯੋਗ ਕਰਨੇ ਨਹੀਂ ਮਿਲਦਾ, ਮੈਂ ਗਿਆਨ ਕਰਨੇ ਮਿਲਦਾ। ਗਿਆਨ ਕੌਣ ਕਰੇਗਾ? ਗਿਆਨ ਹੋਣਾ ਚਾਹੀਦਾ। ਇਸ ਬ੍ਰਹਮਾਂਡੇ 'ਚ ਇਸ ਧਰਤੀ ਪਰ ਤਾਂ ਜ਼ਿਆਦਾਤਰ ਮਨੁष्य ਹਨ, ਉਹ ਤਾਂ ਬ੍ਰਹਮਾ ਦੁਆਰਾ ਸਰਜਨ ਹੁੰਦਾ। ਸਾਰੀ ਸ੍ਰਿਸ਼ਟੀ ਦਾ ਸਰਜਨ ਬ੍ਰਹਮਾਂਡ 'ਚ ਜੋ ਵੀ ਸ੍ਰਿਸ਼ਟੀ ਹੈ, ਚਾਹੇ ਦੇਵਤਾ ਹਨ ਚਾਹੇ ਮਨੁष्य ਹਨ, ਸਭ ਕੁਛ ਉਹ ਤਾਂ ਬ੍ਰਹਮਾ ਦੁਆਰਾ ਪ੍ਰਜਾਪਿਤਾ ਬ੍ਰਹਮਾ ਹਨ। ਤਾਂ ਉਹ ਡਾਇਰੈਕਟ ਸ਼ਿਵ ਜੋ ਯਾਦ ਕਰਦੇ ਉਹਨਾਂ ਜੋ ਕਿਆ ਮਿਲਣਾ। ਹਰ ਕੋਈ ਆਪਣੇ ਰਚయిਤਾ ਜੋ ਯਾਦ ਕਰਾ। ਬ੍ਰਹਮਾ ਜੀ ਦੀ ਤਾਂ ਪੂਜਾ ਨਹੀਂ ਹੁੰਦੀ, ਬ੍ਰਹਮਾ ਜੀ ਦੀ ਪੂਜਾ ਕਹਿ ਨਹੀਂ ਹੁੰਦੀ। ਕਈ ਲੋਕ ਸ਼ਿਵ ਸ਼ੰਕਰ ਜੋ ਯਾਦ ਕਰਦੇ, ਕਈ ਲੋਕ ਵਿਸ਼ਨੂੰ ਜੋ ਯਾਦ ਕਰਦੇ, ਉਹਨਾਂ ਦੀ ਪੂਜਾ ਕਰਦੇ ਨਾਰਾਇਣ ਦੇ ਰੂਪ ਵਿੱਚ, ਲక్ష్ਮੀ ਨਾਰਾਇਣ ਦੇ ਰੂਪ ਵਿੱਚ। ਇਹ ਕਿਤਨੇ ਕਨਫਿਊਜ਼ਨ ਚ ਹਨ ਲੋਕ, ਕਿਉਂਕਿ ਜਿਹੜੇ ਗਿਆਨੀ ਪੁਰਸ਼ ਹਨ ਉਹ ਭਗਵਾਨ ਸ਼੍ਰੀ ਕ੍ਰਿਸ਼ਨ ਜੋ ਯਾਦ ਕਰਨਾ ਇਸ ਦੀ ਬਜਾਏ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਨਿਰਗੁਣ ਜੋ ਯਾਦ ਕਰਦੇ, ਨਿਰਗੁਣ ਨਿਰਾਕਾਰ। ਨਿਰਗੁਣ ਨਿਰਾਕਾਰ ਉਹ ਪਰਮਧਾਮ 'ਚ ਰਹਿੰਦੇ, ਉਹ ਤਾਂ ਗੁਣਾਤੀਤ ਭਾਵਾਤੀਤ ਕਰਮਾਤੀਤ ਹਨ। ਉਹ ਤਾਂ ਕਿਸੇ ਦੀ ਵੀ ਡਾਇਰੈਕਟ ਗੱਲ ਸੁਣਦੇ ਹੀ ਨਹੀਂ ਹਨ, ਉਹ ਤਾਂ ਬਾਇਆ ਸ਼ਿਵ ਸ਼ਕਤੀ ਦੁਆਰਾ ਕੰਮ ਕਰਵਾਉਂਦੇ। ਬ੍ਰਹਮਾਂਡ ਦੀ ਉਤਪਤੀ ਕਰਵਾਈ, ਉਹ ਨਿਰਾਕਾਰੀ ਤੇ ਆਕਾਰੀ ਬਣੀ ਨੇ। ਪੂਰੇ ਸ਼ਿਵ ਸ਼ਕਤੀ ਦੇ ਦੁਆਰਾ ਵਿਸ਼ਨੂੰ ਜੀ ਦੀ ਰਚਨਾ ਕੀਤੀ। ਵਿਸ਼ਨੂੰ ਜੀ ਦੀ ਨਾਭੀ ਤੇ ਬ੍ਰਹਮਾ ਜੀ ਨਿਕਲੇ। ਬ੍ਰਹਮਾ ਜੀ ਨੇ 7 ਪਰਮ ਪੁਰਸ਼ ਬਣਾਏ। ਉਹਨਾਂ 7 ਪਰਮਾ ਪੁਰਸ਼ਾਂ ਦੁਆਰਾ ਪੂਰੇ ਬ੍ਰਹਮਾਂਡੇ ਜੋ ਰਚਿਆ। ਤਾਂ ਇਹ ਪੂਰੇ ਬ੍ਰਹਮਾਂਡੇ ਜੋ ਰਚਣੇ ਦਾ ਗਿਆਨ ਜਿਨ੍ਹਾਂ 'ਚ ਨਹੀਂ ਹੁੰਦਾ, ਨਿਰਗੁਣ ਔਰ ਸਗੁਣ। ਕਿਉਂਕਿ ਤੁਸਾਂ ਨਿਰਗੁਣ ਜੋ ਮੰਨਦੇ ਕਿ ਇਹ ਭਗਵਾਨ ਸ਼੍ਰੀ ਕ੍ਰਿਸ਼ਨ ਨਿਰਗੁਣ ਦਾ ਅਵਤਾਰ ਹਨ, ਨਿਰਗੁਣ ਨਿਰਾਕਾਰ ਦਾ ਅਵਤਾਰ ਹਨ।
परम धाम च तां इयां निर्गुण निराकार कई आत्माएं रहंदियां, बड़ियां आत्माएं रहंदियां। तुसां कुसा आत्मा जो याद करदे तुसां बोलदे कि तुसां ब्रह्म हन, ब्रह्म हन। जेड़ा भी परम धाम होई गया मतलब चला गया ਉਹ ब्रह्म ਸਰੂਪ ਬਣੀ ਗਿਆ। ਸਾਰੇ ਉੱਥੇ ਬ੍ਰਹਮ ਹਨ। ਤਾਂ परम धाम ਚ ਰਹਿਣੇ ਵਾਲੇ ਸਾਰੇ ਬ੍ਰਹਮ ਹੀ ਹਨ, ਬ੍ਰਹਮ ਸਰੂਪ ਹਨ। ਤਾਂ ਤੁਸਾਂ ਕੁਸ ਬ੍ਰਹਮ ਜੋ ਯਾਦ ਕਰਦੇ परम धाम ਚ ਤਾਂ ਕਰੋੜੋਂ ਬ੍ਰਹਮ ਰਹਿੰਦੇ, ਅਰਬਾਂ ਬ੍ਰਹਮ ਰਹਿੰਦੇ। ਤੁਸਾਂ ਕੁਸ ਦੇ ਬ੍ਰਹਮ ਜੋ ਯਾਦ ਕਰਦੇ परम धाम ਚ, ਇਸ ਬ੍ਰਹਮੰਡੇ ਦੇ परम धाम ਚ ਬ੍ਰਹਮ ਤੱਕ ਤੁਹਾਡੀ ਆਰਾਧਨਾ ਜਾਣੀ ਤਾਂ ਬ੍ਰਹਮ ਦਾ ਨਾਂ ਕਿਆ ਹੈ? ਅਹਮ ਬ੍ਰਹਮਸਮੀ। ਤਾਂ ਕੌਣ ਕਦੇ ਬ੍ਰਹਮ परम धाम ਚ ਤਾਂ ਕਰੋੜੋਂ ਅਰਬਾਂ ਬ੍ਰਹਮ ਹਨ। ਤੁਸਾਂ ਕੁਸ ਬ੍ਰਹਮ ਜੋ ਯਾਦ ਕਰਦੇ ਤੁਹਾਡਾ ਸੰਕਲਪ ਕੁਸ ਦੇ ਬ੍ਰਹਮ ਤੱਕ ਜਾਦਾ। ਉਹ ਤਾਂ ਧਰਤੀ ਦੀ ਕੋਈ ਚੀਜ਼ ਜੋ ਐਕਸੈਪਟ ਨਹੀਂ ਕਰਦੇ ਕਿਉਂਕਿ ਉਹ ਤਾਂ ਗੁਣਾਤੀਤ ਹਨ, ਭਾਵਾਤੀਤ ਹਨ, ਤ੍ਰਿਗੁਣਾਤੀਤ ਹਨ। ਸਤੋ ਰਜੋ ਤਮੋ ਇਹਨਾਂ ਤਿੰਨਾਂ ਗੁਣਾਂ ਤੇ ਵੀ ਪਰੇ ਹਨ। ਤਾਂ ਉਹਨਾਂ ਵੀ ਨਹੀਂ ਸੁਣਨੀ ਤੁਹਾਡੀ। ਤਾਂ ਤੁਸਾਂ ਗਿਆਨ ਕਰਨਾ ਸਮਝਾ ਕਿ ਇੱਕ ਤਾਂ ਪਹਿਲੇ ਤੁਸਾਂ ਕੁਸ ਦੇ ਬ੍ਰਹਮ ਜੋ ਯਾਦ ਕਰਾ ਦੇ परम धाम ਚ ਜੋ ਵੀ ਆਤਮਾएं ਚਾਹੇ ਬਾਹਰੇ ਤੇ ਆਉਣੇ ਵਾਲੀਆਂ ਦੁਨੀਆਂ ਬ੍ਰਹਮਾਂਡਾਂ ਤੇ ਜਾਂ ਗਲੈਕਸੀਆਂ ਤੇ ਜਾਂ ਯੂਨੀਵਰਸ ਤੇ ਆਉਣੇ ਵਾਲੀਆਂ ਆਤਮਾएं ਉਹ ਵੀ परम धाम ਚ ਕਰੋੜਾਂ ਦੀਆਂ ਤਦਾਦਾਂ ਚ ਆਉਂਦੀਆਂ ਜਾਂਦੀਆਂ ਰਹਿੰਦੀਆਂ। परम धाम ਚ ਨਿਰਗੁਣ ਨਿਰਾਕਾਰ ਦੇ ਉੱਥੇ ਉਹ ਵੀ ਨਿਰਗੁਣ ਨਿਰਾਕਾਰ ਹਨ। ਇੱਥੇ ਵੀ ਜਿਹੜੇ ਇਸ ਬ੍ਰਹਮਾਂਡ ਦੇ ਕ੍ਰੀਏਟਰ ਨਿਰਗੁਣ ਨਿਰਾਕਾਰ ਹਨ ਸ਼ਿਵ, ਉਹਨਾਂ ਜੋ ਬੋਲਦੇ ਨਿਰਗੁਣ ਨਿਰਾਕਾਰ शिव ਨਾਮ ਦਿੱਤੇ ਆ ਤਾਂ ਅਹਮ ਬ੍ਰਹਮ ਦਾ ਨਾਂ ਤਾਂ ਅਸਾਂ शिव ਦੇ ਦਿੱਤੇ ਆ। ਅਗਰ ਉੱਥੇ ਤਾਂ ਬ੍ਰਹਮਾਂਡ ਦੇ ਕ੍ਰੀਏਟਰ ਦਾ शिव ਦਾ ਨਾਂ ਨਹੀਂ ਦਿੱਤੇ ਆ, ਅਹਮ ਬ੍ਰਹਮਸਮੀ ਬ੍ਰਹਮਸਮੀ ਬ੍ਰਹਮ शिव ਦਾ ਨਾਂ ਤਾਂ ਨਹੀਂ ਦਿੱਤੇ ਆ ਨਿਰਾਕਾਰ। ਤਾਂ शिव ਦਾ ਨਾਂ ਦਿਆ ਮਤਲਬ ਨਿਰਾਕਾਰ ਭਗਵਾਨ शिव ਦਾ ਨਾਂ ਦਿਆ। ਜਿਹੜੇ ਇਸ ਬ੍ਰਹਮਾਂਡੇ ਦੇ ਕ੍ਰੀਏਟਰ ਹੋਣਗੇ ਤਾਂ ਉੱਥੇ ਤੱਕ ਤੁਹਾਡਾ ਆਵਾਜ਼ ਜਾਣਾ, ਸੰਕਲਪ ਜਾਣਾ, ਤੁਹਾਡੀਆਂ ਸੰਕਲਪਾਂ ਦੀਆਂ ਸ਼ਕਤੀਆਂ ਕਰਨਾ। ਜਿਸ ਟਾਈਮ ਤੁਸਾਂ ਆਤਮ ਸਰੂਪ ਬਣਨਾ ਤਾਂ ਪਹਿਲਾ ਹੈ ਆਪਣੇ ਆਪੇ ਹੋ ਜਾਣਾ। ਸਾਰਿਆਂ ਤੇ ਪਹਿਲੀ ਗੱਲ ਹੈ ਆਪਣੇ ਆਪੇ ਹੋ ਜਾਣਨਾ। ਆਤਮ ਸਰੂਪ ਬਣਨਾ ਕਿ ਤੁਸਾਂ ਕੌਣ ਹਨ, ਕੁੱਤੇ ਆਇਓ, ਕਿਉਂ ਆਇਓ ਔਰ ਕੁੱਤੀ ਜਾਣਾ ਹੈ। ਆਤਮਾ ਜਿਸ ਟਾਈਮ ਆਤਮ ਸਰੂਪ ਬਣਦੀ ਤਾਂ ਉਹਨਾਂ ਨੂੰ ਆਤਮ ਸਰੂਪ ਬਣਨੇ ਤੇ ਉਹਨਾਂ ਦੇ ਰਚయిਤਾ ਦਾ ਪਤਾ ਲੱਗਦਾ ਕਿ ਮੇਰਾ ਰਚయిਤਾ ਕੌਣ ਹੈ। ਕਿਉਂਕਿ ਪ੍ਰਜਾਪਿਤਾ ਬ੍ਰਹਮਾ ਅਗਰ ਉਹਨਾਂ ਦੇ ਰਚయిਤਾ ਹਨ ਤਾਂ ਉਹ ਬ੍ਰਹਮਾ ਜੀ ਉਹ ਯਾਦ ਕਰਦੇ। ਉਹਨਾਂ ਜੋ ਬ੍ਰਹਮਾ ਜੀ ਨੇ ਲਈ ਆਣਾ ਜਾਂ ਤਾਂ ਉਹ ਭਗਵਾਨ ਸ਼ੰਕਰ ਜੋ ਜਾਂ ਭਗਵਾਨ शिव ਜੋ ਯਾਦ ਕਰਦੇ ਭਗਵਾਨ शिव ਨੇ ਲਈ ਆਣਾ। ਮਗਰ ਡਾਇਰੈਕਟ ਅਗਰ ਬ੍ਰਹਮ ਜੋ ਯਾਦ ਕਰਦੇ ਨਿਰਗੁਣ ਨਿਰਾਕਾਰ ਜੋ ਯਾਦ ਕਰਨੇ ਤੇ ਉਹਨਾਂ ਦਾ ਨਾਮ ਰੂਪ ਰੰਗ ਤਾਂ ਨਹੀਂ ਹੈ, ਨਾ ਹੀ ਤਾਂ ਉਹਨਾਂ ਦਾ ਨਾਂ ਹੈ, ਨਾ ਹੀ ਤਾਂ ਰੂਪ ਹੈ, ਨਾ ਹੀ ਤਾਂ ਰੰਗ ਹੈ। ਇਸ ਲਈ ਭਗਤੀ ਮਾਰਗ ਚ ਅਹਮ ਬ੍ਰਹਮਸਮੀ ਅਹਮ ਬ੍ਰਹਮਸਮੀ ਇਆਂ ਕਰਨੇ ਵਾਲੇ ਜਾਪ ਕਰਨੇ ਵਾਲੇ ਕਈ ਯੁਗਾਂਤਰਾਂ ਤੱਕ ਬੈਠੇ ਰਹਿੰਦੇ। ਫਿਰ ਅੰਤ ਚ ਉਹਨਾਂ ਦਾ ਸਰੀਰ ਛੁੱਟਦਾ, ਫਿਰ ਉਹ ਪਰਮ ਧਾਮ ਪਹੁੰਚ ਜਾਂਦੇ ਅਹਮ ਬ੍ਰਹਮਸਮੀ ਵਾਲ। ਅਗਰ ਉਹ ਸਗੁਣ ਬ੍ਰਹਮ ਜਿਹੜੇ भगवान शिव शंकर जो याद करदे शिव शंकर ਤਾਂ ਜਲਦੀ ਸੇ ਜਲਦੀ ਥੋੜੇ ਸਮੇਂ 'ਚ ਹੀ ਉਹਨਾਂ ਨੂੰ ਸਾਖਸ਼ਾਤਕਾਰ ਕਰਾਂਦੇ। ਫਿਰ ਤੁਸਾਂ ਬੋਲ ਦਿਆ ਕਿ ਮਿੰਜੋ ਸ਼ਿਵਪੁਰੀ ਜਾਣਾ ਹੈ ਤੁਹਾਨੂੰ ਜੋ ਭੇਜੀ ਦਿੰਦੇ ਸ਼ਿਵਪੁਰੀ ਤੇ ਫਿਰ ਤੁਸਾਂ ਜਲਦੀ ਪਰਮ ਧਾਮ ਚਲੀ ਆ ਤਾਂ ਜ਼ਿਆਦਾ ਟਾਈਮ ਨਹੀਂ ਲੱਗਣਾ। ਸਗੁਣ ਬ੍ਰਹਮ ਦੀ ਉਪਾਸਨਾ ਕਰਨੇ ਤੇ ਸਾਕਾਰ 'ਚ ਆਉਂਦੇ। ਅਗਰ ਤੁਸਾਂ ਸਗੁਣ ਬ੍ਰਹਮ ਸਾਕਾਰ 'ਚ ਕਦੀ ਆਉਂਦੇ ਮਗਰ ਉਹ ਆਪਣੀ ਪਹਿਚਾਣ ਨਹੀਂ ਦਿੰਦੇ। ਕੋਈ ਵੀ ਬ੍ਰਹਮ ਡਾਇਰੈਕਟ ਸਗੁਣ ਭੇਜਦਾ ਅਗਰ ਉਹ ਤਾਂ ਬ੍ਰਹਮਾ ਵਿਸ਼ਨੂੰ ਸ਼ੰਕਰ ਜੋ ਵੀ ਪਤਾ ਨਹੀਂ ਹੁੰਦਾ। ਉਹ ਆਪਣੇ ਬ੍ਰਹਮਾਂਡ ਦਾ ਆਬਜ਼ਰਵੇਸ਼ਨ ਕਰਨੇ ਵਾਸਤੇ ਜਿਸ ਟਾਈਮ ਉਹ ਅਤੀ ਗੁਪਤ ਰੂਪ ਚ ਭੇਜਦੇ ਤਾਂ ਉਹ ਬ੍ਰਹਮਾ ਵਿਸ਼ਨੂੰ ਸ਼ੰਕਰ ਵੀ ਨਹੀਂ ਜਾਣਦੇ, ਬ੍ਰਹਮਾਂਡ ਦੀ ਮਾਂ ਆਦਿ ਸ਼ਕਤੀ ਵੀ ਨਹੀਂ ਜਾਣਦੇ। ਕੇਵਲ ਜਿਹੜੇ ਉਹ ਬ੍ਰਹਮ ਹਨ ਔਰ ਉਹਨਾਂ ਦਾ ਜਿਹੜਾ ਰੂਪ ਹੈ ਜਿਹੜਾ ਆਬਜ਼ਰਵੇਸ਼ਨ ਕਰਨੇ ਵਾਸਤੇ ਭੇਜਿਆ। ਇੰਨੇ ਹੀ ਮਹਾਬ੍ਰਹਮ ਵੀ ਭੇਜਦੇ। ਹਰ ਕੋਈ ਬ੍ਰਹਮ ਆਪਣਾ ਅਤੀ ਸੂਖਸ਼ਮ ਰੂਪ ਭੇਜਦੇ ਆਬਜ਼ਰਵੇਸ਼ਨ ਕਰਨੇ ਵਾਸਤੇ। ਮਗਰ ਕੋਈ ਵੀ ਉਹਨਾਂ ਨੂੰ ਜਾਣ ਹੀ ਨਹੀਂ ਸਕਦਾ, ਗਿਆਨ ਕਰਨੇ ਜਾਣ ਹੀ ਸਕਦੇ। ਹਾਂ ਅਗਰ ਮਹਾਬ੍ਰਹਮ ਤੇ ਆਏ ਹਨ ਔਰ ਮਹਾਬ੍ਰਹਮ ਦਾ ਗਿਆਨ ਦੇंगे, ਮਹਾਬ੍ਰਹਮਾਂਡ ਦਾ ਗਿਆਨ ਦੇंगे। ਅਗਰ ਯੂਨੀਵਰਸ ਤੇ ਆਏ ਹੋ ਤਾਂ ਯੂਨੀਵਰਸ ਦਾ ਗਿਆਨ ਦੇंगे ਔਰ ਬੇਹਦ ਦੇ ਵਿਸ਼ਵ ਦਾ ਬ੍ਰਹਮ ਆਏ ਹਨ ਤਾਂ ਉਹ ਬੇਹਦ ਦੇ ਬ੍ਰਹਮ ਹਨ। ਉਹਨਾਂ ਬੇਹਦ ਦੇ ਵਿਸ਼ਵ ਦਾ ਆਦਿ ਮੱਧ ਔਰ ਅੰਤ ਦਾ ਗਿਆਨ ਸੁਣਾਣਾ। ਗਿਆਨ ਹੈ ਪਹਿਚਾਨ। ਹਰ ਕੋਈ ਆਤਮਾ ਕਿਤਨਾ ਗਿਆਨ ਲਈ ਪਾਉਂਦੀ ਉਹਦੇ ਆਧਾਰੇ ਕਰਨੇ ਆਤਮਾ ਦੀ ਕੁਆਲਿਟੀ ਦਾ ਪਤਾ ਲੱਗਦਾ ਕਿ ਆਤਮਾ ਦੀ ਕੁਆਲਿਟੀ ਕੁੱਤੀ ਦੀ ਹੈ। ਕਿਤਨਾ ਗਿਆਨ ਹਜਮ ਹੁੰਦਾ, ਕਿਤਨੇ ਗਿਆਨ ਜੋ ਧਾਰਨ ਕਰੀ ਸਕਦੀ ਆਤਮਾ ਉਹਦੇ ਆਧਾਰੇ ਤੇ ਪਤਾ ਲੱਗਦਾ ਕਿ ਇਹ ਆਤਮਾ ਕਿਤਨੀ ਕੈਟੇਗਰੀ ਦੀ ਹੈ। ਕੁੱਤੀ ਦੀ ਹੈ ਕੁੱਤੇ ਆਈਓ ਉਹ ਗਿਆਨ ਇਮਰਜ ਹੋ ਜਾਂਦਾ। ਤਾਂ ਗਿਆਨ ਹੈ ਪਹਿਚਾਨ। ਤਾਂ ਗਿਆਨ ਹੋਣਾ ਬੜਾ ਜ਼ਰੂਰੀ ਹੈ। सगुण ब्रह्म और निर्गुण ब्रह्म उससे ज्यादा इंपॉर्टेंट है ज्ञान। इसलिए भगवान श्री कृष्ण ने गीता च बोलिया कि ज्ञानी तो आत्मा मिंजो ज्यादा प्रिय है, विशेष प्रिय है। इसलिए बोलिया ना ज्ञान
ज्ञान ते ही पहचान हुंदी। अपने आपे पहचाना मैं जप तप ध्यान योग करने नहीं मिलदा। तुसा किस कन्ने योग लगांगे? तुसा निर्गुण निराकार कन्ने योग लगांगे। तो गीता च बोले आ कि तुसा योग निराकार कन्ने लगा। निर्गुण निराकार जो शिवोहम सर्वोहम बोला दे या अहम ब्रह्मस्मि बोला दे, उना योग निश्चित दसीते आ कि मिंजो जाना ज्ञान कन्ने मिंजो जाना स्वयं जो पहचाना। सारियां ते पहले उना बोलिया कि अपने आपे जाना आत्म स्वरूप बना, इसलिए ज्ञान कन्ने ज्ञानी तू आत्मा मिंजो विशेष प्रिय है और मैं जप तप ध्यान योग करने नहीं मिलदा। कौन कदे योग लगांदे? जेड़ा भी योग लगांदे योग दे ता अनेक प्रकार अज धरती पर सिखा दे अन। निर्गुण निराकार जो भी याद कर दे, उन्हें जो याद करदे करदे कई युगांतरा तक करदे रहंदे शिवोहम सर्वोहम ब्रह्मस्मि अहम ब्रह्मस्मि। मगर पहले तुसा अपने आपे उता जाना। इस धरती पर ता अनेक प्रकार दियां आत्माएं हन, अनेक क्वालिटी दियां आत्माएं हन। कोई ब्रह्मा जी दी रचना है, कोई दुई गैलेक्सी ते आए हन। अगर गैलेक्सियां ते आए हन तां कुदी रचना है, गैलेक्सी वालियां दी रचना है। कोई यूनीवर्स ते आया तां यूनीवर्स वालियां दी रचना है। कोई ग्रेट यूनीवर्स ते आया तां ओ ग्रेट यूनीवर्स वालियां दी रचना है। तां जेड़ा जिथू ते आया ओ आत्मा अपने आपे ओ जाने। आत्मा जो अपने आपे ओ पहचानने वास्ते ज्ञान चाहिदा। ज्ञान आऊंगा ता तुसा अपने आपे पहचानी पाना, आत्म स्वरूप बनना और स्वयं जो पहचानना। जब तक स्वयं अपने आपे नहीं पहचान गए उस टाइम में तक आत्म स्वरूप की अनुभूति नहीं होनी। जिस टाइम में तक ज्ञानी नहीं बनना, ज्ञान स्वरूप नहीं बनना, उस टाइम में तक वो अपने रचयिता जो नहीं जानी सकते। जिस टाइम में तक रचयिता जो नहीं जानी सकते, रचयिता मतलब क्रिएटर क्रिएट किते आत्मा जो, उस टाइम में तक वो अपनी जेड़ी पहचान है जिथी तुसा जाना है उथी दा योग कुस कन्ने लगाना, अपने अपने परम पिता जो लगाना है। सारियां आत्मा दे परम पिता अलग हन। धरती पर जेड़े अनेक धर्म मठ पंथ संप्रदाय दियां आत्माएं हन, सारियां दे रचयिता मतलब उन्हां दिया आत्मा जो क्रिएट करने वाले आत्मा दे रचयिता सारे अलग अलग हन। तो सारे अपनी अपनी आत्मा दे रचयिता जो याद कर दे। जितनियां भी धरती पर 800 करोड़ आत्माएं हन, तो कितने शिव जो मनदे, शिव जो नहीं मनदे ना, क्योंकि वो शिव दी रचना नहीं हन। जेड़े उन्हां दे अपने अपने रचयिता हन उन्हें ही मनदे, इसलिए जो जिदा रचयिता है उस जो ही मनदे। इसलिए वैरायटी फूल हन धरती पर, वैरायटी सब कुछ वैरायटी है। इसलिए जेड़ा ज्ञान है वो तुहानू समझ विवेक दिंदा। कुछ जो याद करिए और कुछ जो नहीं करिए ज्ञान करने। और जिस टाइम आत्मा अंतर्मुखी बनदी, आत्म स्वरूप बनदी, तां उन्हां जो पूरा नॉलेज हो जांदा। जिस टाइम में तक आत्मा आत्म स्वरूप नहीं बनदी उस टाइम में तक वो कुछ भी प्राप्त नहीं करदी, अपने आपे नहीं जानदी। प्राप्ति कियां होनी? अपने आपे जानना, आत्म स्वरूप बनना। इसलिए गीता च क्या बोलिया, तू आत्म स्वरूप बनी ने मिंजो परमात्मा जो याद कर, मैं तेरे सारे ही विकर्मा दा विनाश करी देना और अंत च मैं तिजो ऊंच ते ऊंच परम धाम ले आना। ये शब्द थे गीता दे। मगर गीता च भी एडिशन ऑल्ट्रेशन 5000 सालां च इतना हेर फेर हो गया। इसलिए गीता दा जेड़ा मेन अर्थ था वही बदली गया कर्मा दे कारण। कर्मण्ये बाधिकार अस्तु मां फलेसु कदाचन। जेड़ी कर्मा दी थीरी है वो भी नहीं मनदे लोग। आत्मा दाता ज्ञान ही गलत देते लोकां आत्म स्वरूप दी अनुभूति दे बिना। इसलिए गीता च क्या बोले आ, आत्म स्वरूप बनी ने मिंजो परमात्मा जो याद कर। और इस टाइम आत्म स्वरूप बनना तो जो रियल पहचान हो आनी कि मेरे परम पिता कौन हन, मेरे रचयिता कौन हन, फिर ही तुसा उन्हें याद करना। इसलिए ज्ञानी तू आत्मा ज्ञान करने समझना, अपने आपे पहचानना, ये बहुत वैल्यूबल है। साड़ी जेड़ी वीडियो है महाकाल प्रलय पार्ट 1 एंड पार्ट 2 उस जो दिखा 2 वीडियो हन महाकाल प्रलय पर। हूं जेड़ा धरती पर होने वाला है, क्या होने वाला है वो भी दिखा। 3rd वर्ल्ड वॉर अगर वही आए तो क्या होना वो भी दिखा। और साड़ी एक दूई चैनल है परम शांति मोटिवेशन एंड मेडिटेशन, उस विच 10 दिनां दा कोर्स करा। उस विच बेहद दे परम ज्ञान दा 10 दिनां दा कोर्स है। रोज तुसां 1 घंटा करा, उत्थे तुहानू जो बेहद दा परम ज्ञान मिलना, सारा बेहद दा ब्रह्म ज्ञान मिलना। इसलिए ये सब समझा तुसा। बेहद की परम शांति। कोटि कोटि धन्यवाद बापू जी। बेहद की परम शांति। शांति सोचो बोलो परम शांति। Join us daily for our morning live meditation, Monday to Saturday,
5:30 to 6:30 a.m. Join us daily for live meditation, 10 p.m. to 11 p.m. on YouTube Live. Subscribe now. Website www.paramshanti.org. Email us anant@paramshanti.org. Like, share, subscribe. Join today. बेहद की परम शांति